ਉਹ ਲੜਕੀ ਨੇ ਆਪਣੀ ਐਰੋਗੈਂਸ ਆਪਣੀ ਨੋਇਨੈਂਸ ਨੂੰ ਆਪਣੀ ਈਗੋ ਨੂੰ ਦਿਖਾਇਆ ਉੱਥੇ, ਹੋਰ ਕੁਝ ਨਹੀਂ। ਆਪਾਂ ਨਵਾਂ ਦੌਰ ਦਾ ਫੈਸ਼ਨ ਲਿਆ ਕੇ ਆਪਣੇ ਨੂੰ ਦਿਖਾਉਣਾ ਚਾਹੁੰਦੇ ਆ ਕਿ ਸਾਡੀ ਆਸਥਾ ਬੜੀ ਹੈ ਜੀ। ਆਸਥਾ ਤਾਂ ਜੇ ਤੁਸੀਂ ਪਹਿਰਾਵੇ 'ਚ ਆ ਜਾਓ। ਦਰਬਾਰ ਸਾਹਿਬ ਦੀਆਂ ਪੌੜੀਆਂ ਥੱਲੇ ਨੂੰ ਜਾਂਦੀਆਂ, ਉੱਥੇ ਜਿੰਨੇ ਆਣਾ ਝੁੱਕ ਕੇ ਆਣਾ। ਉਹ ਲੜਕੀ ਆਪਣੀ ਡਰੈਸ ਕਰਕੇ ਕਿਤੇ ਨਾ ਕਿਤੇ ਇਸ ਚੀਜ਼ ਦਾ ਸ਼ਿਕਾਰ ਹੋਈ ਹੈ। ਹਾਂ, ਬਾਅਦ 'ਚ ਉਹਨੂੰ ਫਲੈਗ ਬਣਾਉਣ ਦੀ ਕੀ ਲੋੜ ਪੈ ਗਈ? ਮੈਂ ਤਾਂ ਆਪ ਹਰਾਣਾ। ਵਾਟ ਟਾਈਪ ਆਫ ਕੰਟਰੋਵਰਸੀ ਸ਼ੀ ਵਾਂਟ ਟੂ ਕ੍ਰੀਏਟ ਦੈਟ? ਮੈਂ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਸਿਫਤ ਕਰਾਂਗਾ, ਭਾਉ ਭਗਤ ਦੇ ਨਾਲ, ਉਹ ਪ੍ਰੇਮ ਦੇ ਨਾਲ ਸਾਰਾ ਕੁਝ ਉਹ ਕਰ ਰਹੇ ਨੇ। ਉਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ। ਤੁਸੀਂ ਨਿਭ ਕੇ ਇੱਥੇ ਆਓਗੇ ਤਾਂ ਸਭ ਕੁਝ ਲੈ ਜਾਓਗੇ, ਜੇ ਬਾਹਰ ਆ ਕੇ ਤਾਂ ਲੜੋਗੇ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੁਝ ਮਿਲਣਾ ਜੇ, ਤੇ ਪਤਾ ਨਹੀਂ ਅੱਗੇ ਕੀ ਹੋਣਾ। ਸਤਿ ਸ਼੍ਰੀ ਅਕਾਲ। ਵਨ ਇੰਡੀਆ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਸੋਸ਼ਲ ਮੀਡੀਆ ਤੇ ਇੱਕ ਮੁੱਦੇ ਨੇ ਕਾਫੀ ਤੂਲ ਫੜਿਆ ਹੋਇਆ ਔਰ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਲੜਾਈਆਂ ਝਗੜੇ ਕਹਿ ਲਓ ਵੀ ਸੋਸ਼ਲ ਮੀਡੀਆ ਤੇ ਕਮੈਂਟਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਬਹਿਸ ਰਹੇ ਨੇ ਲੋਕ। ਤੁਹਾਡੇ ਨਾਲ ਮੁੱਦਾ ਸਾਂਝਾ ਕਰਦੇ ਹਾਂ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਪਹੁੰਚੀ ਲੜਕੀ ਦਾ ਇਹ ਮੁੱਦਾ ਹੈ ਜੋ ਸਕਰਟ ਪਹਿਨੇ ਗਈ ਸੀ, ਚਿਹਰੇ ਤੇ ਤਿਰੰਗਾ ਸੀ। ਸੋ ਸਾਡੇ ਨਾਲ ਅੱਜ ਫਿਰ ਤੋਂ ਪ੍ਰੋਫੈਸਰ MP ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਵਨ ਇੰਡੀਆ ਪੰਜਾਬੀ ਦੇ। ਸਤਿ ਸ਼੍ਰੀ ਅਕਾਲ ਅਮਨ, ਮੈਂ ਵਨ ਇੰਡੀਆ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਵਾਂ। ਤੇ ਇਹ ਇਸ਼ੂ ਬਹੁਤ ਹੀ ਗਹਿਰਾਈ ਵਾਲਾ ਇਸ਼ੂ ਹੈ, ਇਹਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਮੀਡੀਆ ਨੇ ਕੀ ਪਿਕਚਰ ਦਿਖਾ ਰਿਹਾ ਤੇ ਐਗਜ਼ੈਕਟ ਰਿਐਲਿਟੀ ਹੈ ਕੀ ਹੈ। ਮੈਂ ਗੱਲ ਕਰ ਲਾ ਦਰਬਾਰ ਸਾਹਿਬ ਦੀ। ਦਰਬਾਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਰੱਖਿਆ ਸੀਗਾ, ਹੈ ਨਾ ਜੀ। ਮਤਲਬ ਇੱਕ ਮੁਸਲਮਾਨ ਫਕੀਰ ਸੀਗੇ, ਪੀਰ ਸੀਗੇ, ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ। ਦਰਬਾਰ ਸਾਹਿਬ ਦੇ ਅੰਦਰ 4 ਦਰਵਾਜ਼ੇ ਨੇ, ਮਤਲਬ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਹੈ ਨਾ ਜੀ। ਉੱਥੇ ਹਰ ਇੱਕ ਨੂੰ ਬਰਾਬਰ ਸਮਝਿਆ ਜਾਂਦਾ ਹੈ। ਉੱਥੇ ਕੋਈ ਇਹ ਨਹੀਂ ਕਿਹਾ ਜਾ ਸਕਦਾ ਇਹ ਸਿੱਖਾਂ ਦਾ ਧਾਰਮਿਕ ਸਥਾਨ ਹੈ, ਸਾਰਿਆਂ ਦਾ ਹੀ, ਠੀਕ ਹੈ ਜੀ। ਹੁਣ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਉਸ ਲੜਕੀ ਦੀ, ਇਹ ਇੱਕ ਵਿਸ਼ਾ ਮੇਰੇ ਹਿਸਾਬ ਨਾਲ ਉਹਦੀ ਐਰੋਗੈਂਸ ਦਾ, ਹੋਰ ਕੁਝ ਨਹੀਂ ਹੈਗਾ ਜ਼ਿਆਦਾ, ਠੀਕ ਹੈ ਨਾ। ਇਹਨੂੰ ਐਵੇਂ ਰਿਲੇਟ ਕਰ ਦੇਣਾ ਇੰਡੀਆ ਤੇ ਉਹ ਐਵੇਂ ਹੀ ਹਰ ਟਾਈਮ ਖਾਲਿਸਤਾਨ, ਰਾਸ਼ਟਰਵਾਦੀ, ਇਹ ਚੀਜ਼ਾਂ ਨਾਲ ਹਰ ਚੀਜ਼ ਨੂੰ ਨਹੀਂ ਰਿਲੇਟ ਕੀਤਾ ਜਾਂਦਾ। ਜੇ ਆਪਾਂ ਇਹਨੂੰ ਥੋੜ੍ਹਾ ਜਿਹਾ ਡੀ ਕੋਡ ਕਰਕੇ ਦੇਖੀਏ, ਉਹ ਉੱਥੇ ਮੁੱਦਾ ਜਿਹੜਾ ਬੇਸਿਕਲੀ ਸੀਗਾ ਨਾ, ਜੋ ਲੜਕੀ ਪਹਿਲਾਂ ਵੀ ਆਈ ਸੀ, ਜਿਹੜੀਆਂ ਵੀਡੀਓਜ਼ ਬਾਹਰ ਨਿਕਲ ਕੇ ਆਈਆਂ, ਲੜਕੀ ਬਿਨਾਂ ਫਲੈਗ ਤੋਂ ਪਹਿਲਾਂ ਆਈ ਸੀਗੀ। ਸੇਵਾਦਾਰ ਨੇ ਉਹਦੀ ਡਰੈਸ ਦੇਖ ਕੇ ਕਿਤੇ ਨਾ ਕਿਤੇ ਕੁਐਸਚਨ ਕੀਤਾ ਸੀ ਕਿ ਇਹ ਅਲਾਉਡ ਨਹੀਂ ਹੈ। ਹੁਣ ਤੁਸੀਂ ਡਰੈਸ ਦੀ ਗੱਲ ਕਰ ਲਓ, ਨਹੀਂ ਜੀ ਇੱਥੇ ਜ਼ਿਆਦਾ ਕੱਟੜਪੰਥਾ ਦਿਖਾਈ ਗਈ ਹੈ। ਯੂ ਗੋ ਟੂ ਐਨੀ ਚਰਚ ਇਨ US ਆਲਸੋ, ਟੈਂਕ ਟੌਪ ਡਰੈਸ ਉੱਥੇ ਵੀ ਅਲਾਉਡ ਨਹੀਂ ਹੁੰਦੀ ਆ, ਠੀਕ ਹੈ। ਮੋਡੈਸਟ ਅੱਛੀ ਡਰੈਸ, ਠੀਕ ਹੈ ਨਾ। ਤੇ ਕਈ ਜਗ੍ਹਾ ਤੇ ਇੱਦਾਂ ਦਾ ਵੀ ਸਿਸਟਮ ਹੁੰਦਾ, ਸਿਰ ਢੱਕ ਕੇ ਪ੍ਰੋਪਰ ਜਾਣਾ ਹੁੰਦਾ। ਮਤਲਬ ਧਾਰਮਿਕ ਸਥਾਨ ਜਿੱਥੇ ਵੀ ਹੈਗਾ, ਸਾਨੂੰ ਇੱਕ ਮੋਡੈਸਟੀ ਨਾਲ ਹੀ ਜਾਣਾ ਚਾਹੀਦਾ, ਇੱਕ ਹਿਊਮਿਲਿਟੀ ਨਾਲ ਜਾਣਾ ਚਾਹੀਦਾ, ਇੱਕ ਅੱਛੇ ਪ੍ਰੋਪਰ ਸਹਿਜੇ ਨਾਲ ਜਾਣਾ ਚਾਹੀਦਾ। ਉਹ ਲੜਕੀ ਨੇ ਆਪਣੀ ਐਰੋਗੈਂਸ ਆਪਣੀ ਨੋਇਨੈਂਸ ਨੂੰ ਆਪਣੀ ਈਗੋ ਨੂੰ ਦਿਖਾਇਆ ਉੱਥੇ, ਹੋਰ ਕੁਝ ਨਹੀਂ ਹੈ। ਤੁਸੀਂ ਇਹਨੂੰ ਇੰਡੀਆ ਜਾਂ ਦੇਖੋ, ਪੰਜਾਬ ਇੱਕ ਇੰਡੀਆ ਦਾ ਪਾਰਟ, ਠੀਕ ਹੈ ਜੀ। ਦਰਬਾਰ ਸਾਹਿਬ ਇੱਕ ਆਸਥਾ ਦਾ ਕੇਂਦਰ, ਦਰਬਾਰ ਸਾਹਿਬ ਸਭ ਦਾ। ਤੁਸੀਂ ਉਹਨੂੰ ਇਹ ਨਾ ਕਹੋ, ਦਰਬਾਰ ਸਾਹਿਬ ਦੀ ਜਿਹੜੀ ਨੀਂਹ ਹੈ 1575 ਵਿੱਚ ਰੱਖੀ ਸੀਗੀ, ਹੈ ਨਾ ਜੀ। ਤੇ ਉਸ ਤੋਂ 1577 ਤੋਂ ਉੱਥੇ ਦੁਨੀਆ ਡੇਲੀ 60,000 ਲੋਕ ਕਿਸੇ ਵੀ ਮਜ਼ਹਬ ਦੇ ਹੋਣ ਲੰਗਰ ਛੱਕ ਕੇ ਜਾਂਦੇ ਨੇ, ਹੈ ਨਾ ਜੀ। ਤੇ ਉੱਥੇ ਮਤਲਬ ਇੱਕ ਪ੍ਰੋਪਰ ਡਰੈਸ ਕੋਡ ਤਾਂ ਕਿਸੇ ਵੀ ਧਰਮ 'ਚ ਹੈਗਾ, ਇਹ ਦਰਬਾਰ ਸਾਹਿਬ ਦੀ ਗੱਲ ਨਹੀਂ ਹੈ। ਤੁਸੀਂ ਕਿਤੇ ਵੀ ਚਲੇ ਜਾਓ, ਕਿਤੇ ਵੀ ਤੁਹਾਨੂੰ ਤੁਸੀਂ ਨੌਨ ਡੀਸੈਂਟ ਡਰੈਸ ਪਾਵੋਗੇ, ਟੌਪ ਇਦਾਂ ਦੇ ਪਾ ਕੇ ਆਵੋਗੇ, ਪ੍ਰਿੰਟਡ ਸਪੋਰਟਸ ਟੀ-ਸ਼ਰਟਸ ਹੋਣਗੀਆਂ। ਤੁਸੀਂ ਅਕਸਰ ਕਈ ਗੁਰਦੁਆਰੇ ਦੇ ਬਾਹਰ ਵੀ ਪੜ੍ਹਦੇ ਹੋ, ਹੈ ਨਾ, ਲਿਖਿਆ ਹੁੰਦਾ ਕੈਪਰੀਆਂ ਅਲਾਉਡ ਨਹੀਂ, ਇਹ ਨਹੀਂ। ਆਪਾਂ ਨਵਾਂ ਦੌਰ ਦਾ ਫੈਸ਼ਨ ਲਿਆ ਕੇ ਆਪਣੇ ਨੂੰ ਦਿਖਾਉਣਾ ਚਾਹੁੰਦੇ ਆ ਕਿ ਸਾਡੀ ਆਸਥਾ ਬੜੀ ਹੈ ਜੀ। ਆਸਥਾ ਤਾਂ ਜੇ ਤੁਸੀਂ ਪਹਿਰਾਵੇ 'ਚ ਆ ਜਾਓ। ਯੂ ਸ਼ੁੱਡ ਕਮ ਇਨ ਦਾ ਟ੍ਰੈਡੀਸ਼ਨ ਆਲਸੋ, ਠੀਕ ਹੈ ਨਾ। ਟ੍ਰੈਡੀਸ਼ਨ ਹੈ ਸਾਡੇ। ਅੱਛਾ ਪ੍ਰੋਫੈਸਰ ਸਾਹਿਬ, ਜਿੱਦਾਂ ਹੁਣ ਸੋਸ਼ਲ ਮੀਡੀਆ ਦਾ ਮੈਂ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ, ਚਾਹੇ ਉਹ ਕਮੈਂਟਸ ਨੇ, ਹੈ ਨਾ, ਵੀ ਲੋਕ ਇੱਕ ਦੂਸਰੇ ਨਾਲ ਲੜ ਰਹੇ ਨੇ, ਝਗੜ ਰਹੇ ਨੇ ਕਿ ਉਸ ਚੀਜ਼ ਨੂੰ ਲੈ ਕੇ। ਔਰ ਐਡਵੋਕੇਟ ਧਾਮੀ ਸਾਹਿਬ ਉਹਨਾਂ ਨੇ ਵੀ ਇਹੀ ਕਿਹਾ ਕਿ ਇਸ ਚੀਜ਼ ਨੂੰ ਜਿਹੜਾ ਹੈ ਨਕਾਰਾਤਮਕ ਤਰੀਕੇ ਦੇ ਨਾਲ ਨਾ ਦਿਖਾਇਆ ਜਾਵੇ। ਬਿਲਕੁਲ ਜੀ, ਬਿਲਕੁਲ ਪੋਜ਼ਿਟਿਵ ਐਟੀਟਿਊਡ ਦੇਖੋ ਉਹਨਾਂ ਦੀ। ਜਿਹੜੇ ਮੀਡੀਆਜ਼ ਨੇ ਹੁਣ ਬੇਸਿਕਲੀ ਕੀ ਹੈ, ਸਾਡੇ ਇੱਥੇ ਪੋਲਿਟਿਕਸ ਹੈ ਬੇਸਿਕਲੀ, ਹੈ ਨਾ, ਪੋਲਰਾਈਜੇਸ਼ਨ ਹੈ। ਹਿੰਦੂ ਧੜਿਆਂ ਨੂੰ ਅਲੱਗ ਕਰ ਦੇਣਾ, ਸਿੱਖਾਂ ਨੂੰ ਅਲੱਗ ਕਰ ਦੇਣਾ, ਇਹਨਾਂ ਨੂੰ ਲੜਾ ਕੇ ਵੋਟਾਂ ਲੈਣੀਆਂ ਬੇਸਿਕਲੀ। ਲੋਕ ਸੁਚੇਤ ਹੋ ਚੁੱਕੇ ਨੇ, ਸਿਆਣੇ ਲੋਕ ਇਹਨਾਂ ਗੱਲਾਂ 'ਚ ਨਹੀਂ ਆਉਂਦੇ। ਸੋ ਅਸੀਂ ਸਾਰੇ ਇੱਕ ਆ, ਪਹਿਲਾਂ ਸਮਝਣਾ ਚਾਹੀਦਾ। ਨਾਲੇ ਦੂਜਾ, ਸਾਡੀ ਜਿਹੜੀ ਕੰਟਰੀ ਦੀ ਡੈਫੀਨੇਸ਼ਨ ਹੈ ਨਾ, ਸੈਕੂਲਰ ਹੈ, ਜਿਹੜੀ ਸੈਕੂਲਰ ਕੰਟਰੀ ਹੈ ਨਾ, ਆਪਾਂ ਇਹਨੂੰ ਰੰਗਰ ਭੇਦਾਂ 'ਚ ਨਾ ਵੰਡੀਏ। ਹੁਣ ਉਹ ਲੜਕੀ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਐਰੋਗੈਂਸ ਸੀਗੀ, ਮੈਂ ਸਕਰਟ ਪਾ ਕੇ ਜਾਣਾ, ਹੈ ਨਾ। ਬਟ ਸਾਡੇ ਧਾਰਮਿਕ ਸਥਾਨ ਕਿਤੇ ਵੀ ਸਾਰੇ ਪੂਜਨਯੋਗ ਹੈ, ਕੋਈ ਵੀ ਅਲਾਉ ਨਹੀਂ ਕਰਦਾ। ਵੀ ਸ਼ੁੱਡ ਬੀ ਪੋਜ਼ਿਟਿਵ ਫॉर ਇਟ। ਇਹ ਜਥੇਦਾਰ ਸਾਹਿਬ, ਉਹਨਾਂ ਨੇ, ਧਾਮੀ ਸਾਹਿਬ ਨੇ ਗੱਲ ਕਹੀ ਕਿ ਚੀਜ਼ ਨੂੰ ਪੋਜ਼ਿਟਿਵ ਲਓ। ਪ੍ਰੋਫੈਸਰ ਸਾਹਿਬ, ਮੈਂ ਦੇਖੋ ਆਪਾਂ ਜਦੋਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਦੇਖਦੇ ਹਾਂ, ਤਸਵੀਰਾਂ ਵੀ ਦੇਖਦੇ ਨੇ, ਇੰਡੀਅਨ ਟੀਮ ਆ ਜਾਂ ਕੋਈ ਵੀ ਆ, ਤਿਰੰਗਾ ਉਹਨਾਂ ਦੇ ਲੱਗਿਆ ਹੁੰਦਾ, ਹੈ ਨਾ, ਵੀ ਸ਼ਰਟ ਤਿਰੰਗੇ ਵਾਲੀ ਉਹ ਵੀ ਤਾਂ ਪਾ ਕੇ ਜਾਂਦੇ ਹੀ ਨੇ। ਦੇਖੋ ਜਿਹੜਾ ਦਰਬਾਰ ਸਾਹਿਬ ਦਾ ਇੱਕ ਡੈਕੋਰਮ ਹੈ ਨਾ ਜੀ, ਉੱਥੇ ਪ੍ਰੋਪਰ ਤੁਸੀਂ ਕਦੀ ਕਿਸੇ ਨੂੰ ਇਦਾਂ ਦੀ ਡਰੈਸ ਨਹੀਂ ਦੇਖੋਗੇ,
ਇਹ ਕਹਿਣ ਦੀ ਗੱਲ ਹੈ ਨਾ ਜੀ। ਉੱਥੇ ਜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਆਇਆ ਹੈ ਨਾ, ਉਹ ਵੀ ਇੱਕ ਡੀਸੈਂਟ ਡਰੈਸ 'ਚ ਆਇਆ, ਕੁੜਤਾ ਪਜਾਮਾ ਪਾ ਕੇ, ਮਤਲਬ ਉਹਨੂੰ ਵੀ ਇੱਕ ਸੈਂਸ ਹੈਗੀ ਹੈ ਵੀ ਅਸੀਂ ਸੈਂਸਲੈਸ ਆ। ਇਹ ਦੱਸੋ ਮੈਨੂੰ, ਹੈ ਨਾ, ਇਹਦਾ ਮਤਲਬ ਆਪਾਂ ਸੈਂਸਲੈਸ ਆ। ਇੱਕ ਬਾਹਰੋਂ ਕੰਟਰੀ ਦਾ ਪ੍ਰੈਜ਼ੀਡੈਂਟ ਆ ਰਿਹਾ, ਪ੍ਰਾਈਮ ਮਿਨਿਸਟਰ ਆ ਰਿਹਾ, ਇੱਕ ਡੀਸੈਂਟ ਡਰੈਸ 'ਚ ਆ ਰਿਹਾ, ਹੀ ਨੋ ਦਾ ਕੋਡ ਆਫ ਦੈਟ ਕੰਟਰੀ, ਹੈ ਨਾ। ਕਈ ਲੋਕਾਂ ਨੇ ਰਾਣੀ ਨੂੰ ਵੀ ਦਿਖਾਇਆ। ਮੈਂ ਉਹੀ ਗੱਲ ਕਰਨ ਜਾ ਰਹੀ ਸੀ ਕਿਉਂਕਿ ਉਸ ਲੜਕੀ ਨੇ ਵੀ ਜਿਹੜਾ ਹੈ ਟਵਿੱਟਰ ਅਕਾਊਂਟ ਤੇ ਪਹਿਲਾਂ ਤਾਂ ਦਿਲਜੀਤ ਦੋਸਾਂਝ ਨੂੰ ਅੰਮ੍ਰਿਤਸਰ ਵਾਲੀ ਘਟਨਾ ਤੋਂ ਬਾਅਦ ਜਿਹੜਾ ਹੈ ਉਹਨੇ ਖਾਲਿਸਤਾਨੀ ਦੱਸਿਆ, ਫਿਰ ਉਸ ਤੋਂ ਬਾਅਦ ਉਹਨੇ ਜਿਹੜੇ ਉਹ ਐਲਿਜ਼ਾਬੈਥ ਜਿਹੜੇ ਉਹਨਾਂ ਦੇ ਕੁਈਨ ਸੀਗੇ ਉਹਨਾਂ ਦੀ ਤਸਵੀਰ ਵੀ ਸ਼ੇਅਰ ਕੀਤੀ ਕਿ ਉਹਨੇ ਸੌਕਸ ਤੇ ਸਕਰਟ ਪਾਈ ਹੋਈ ਹੈ। ਦੇਖੋ ਜਿਹੜੀ ਕੁਈਨ ਐਲਿਜ਼ਾਬੈਥ ਜਦੋਂ ਉਹ ਆਈ ਸੀ ਨਾ, ਉਹਦਾ ਪ੍ਰੋਪਰ ਕਿਹਾ ਗਿਆ ਸੀਗਾ ਉਹਨੂੰ ਕਿਤੋਂ ਥੱਲੇ ਕੋਈ ਨਾ ਕੋਈ ਸਿਕਿਉਰਿਟੀ ਰੀਜ਼ਨ ਸੀਗਾ, ਜਾਂ ਕਿਹਾ ਜਾ ਸਕਦਾ ਸੀ ਉਹਨੂੰ ਥੱਲੇ ਕੋਈ ਸੂਈ ਚਬਾ ਕੇ ਜ਼ਹਿਰ ਦਿੱਤਾ ਜਾ ਸਕਦਾ ਹੈ ਨਾ। ਇਹ ਉਹਨਾਂ ਨੇ ਕਨਵਿੰਸ ਕਰਾਇਆ। ਪਰ ਇੱਥੇ ਤੁਸੀਂ ਨਾ ਭਾਵਨਾ ਦੀ ਗੱਲ ਕਰੋ, ਉਹਨਾਂ ਨੇ ਇੱਕ ਜ਼ਿੰਦਗੀ ਦੀ ਭਾਵਨਾ ਨੂੰ ਰੱਖ ਕੇ ਉਹਨੂੰ ਕਿਹਾ ਸੀ ਅੰਦਰ ਆ ਜਾ, ਹੈ ਨਾ। ਇੱਥੇ ਕੋਈ ਐਰੋਗੈਂਸ ਨਹੀਂ ਸੀ। ਕੁਈਨ ਬਹੁਤ ਵੱਡੀ ਇੱਕ ਰਾਣੀ ਸੀਗੀ, ਉਹ ਵੀ ਝੁੱਕ ਕੇ ਆਈ ਹੈ। ਉੱਥੇ ਦਰਬਾਰ ਸਾਹਿਬ ਦੀਆਂ ਪੌੜੀਆਂ ਥੱਲੇ ਨੂੰ ਜਾਂਦੀਆਂ, ਉੱਥੇ ਜਿੰਨੇ ਆਣਾ ਝੁੱਕ ਕੇ ਆਣਾ। ਪਿੱਛੇ ਜੀ ਮਾਨ ਸਾਹਿਬ ਵੀ ਆਪਣਾ ਲਾਅ ਲਸ਼ਕਰ ਲੈ ਕੇ ਜਾਂਦੇ ਸੀ, ਤੇ ਮੈਂ ਗੱਲ ਕੀਤੀ ਸੀਗੀ, ਮੈਂ ਕਿਹਾ ਜੀ ਉੱਥੇ ਜਿੰਨੇ ਜਾਣਾ ਨਾ ਮੁੱਖ ਮੰਤਰੀ ਬਣ ਕੇ ਜਾਵੇ, ਨਾ ਪ੍ਰਧਾਨ ਮੰਤਰੀ ਬਣ ਕੇ ਜਾਵੇ, ਕਿਉਂਕਿ ਉਹ ਦੀਨ ਦੁਨੀਆ ਦਾ ਘਰ ਹੈ, ਰੱਬ ਦਾ ਘਰ ਹੈ। ਉੱਥੇ ਅੱਲਾ ਰਾਮ ਸਭ ਇੱਕ ਹੈ, ਠੀਕ ਹੈ ਜੀ। ਤੁਸੀਂ ਕਾਈਂਡਲੀ ਇਹਨਾਂ ਚੀਜ਼ਾਂ ਨੂੰ ਸਮਝੋ, ਭਾਵਨਾ ਦੇਖੀ ਜਾਂਦੀ ਹੈ। ਭਾਵਨਾ ਇਹ ਹੈ ਜੇ ਕੁਈਨ ਉੱਥੇ ਆਈ ਹੈ ਨਾ, ਕੁਈਨ ਨੂੰ ਆਪਾਂ ਇੱਕ ਇਹ ਕਿਹਾ ਗਿਆ ਕਿ ਚਲੋ ਉਹਨੂੰ ਕੋਈ ਇਦਾਂ ਦਾ ਸਿਕਿਉਰਿਟੀ ਰੀਜ਼ਨ ਆ ਜਾਂ ਉਹਦੀ ਏਜ ਫੈਕਟਰ ਵੀ ਦੇਖਿਆ ਜਾ ਸਕਦਾ ਹੈ ਨਾ ਜੀ। ਹੁਣ ਤਾਂ ਅਸੀਂ ਕਈਆਂ ਨੂੰ ਰੇੜ ਕੇ ਵੀ ਲੈ ਕੇ ਜਾਈਦਾ ਹੈ ਨਾ। ਉਹਦੀ ਆਸਥਾ ਸੀਗੀ, ਉਹਦੀ ਆਸਥਾ ਨੂੰ ਪੂਰਾ ਕੀਤਾ ਗਿਆ। ਇਹ ਡਰੈਸ ਕੋਡ ਦੇ ਵਿੱਚ ਨਾ ਆਓ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਪੈਣਾ ਹੈ। ਉਹ ਲੜਕੀ ਆਪਣੀ ਡਰੈਸ ਕਰਕੇ ਕਿਤੇ ਨਾ ਕਿਤੇ ਇਸ ਚੀਜ਼ ਦਾ ਸ਼ਿਕਾਰ ਹੋਈ ਹੈ। ਚੰਗੀ ਡਰੈਸ ਹੁੰਦੀ ਮੈਨੂੰ ਨਹੀਂ ਲੱਗਦਾ ਇਨਸੀਡੈਂਟ ਹੋਣਾ ਸੀਗਾ। ਹਾਂ, ਬਾਅਦ 'ਚ ਉਹਨੂੰ ਫਲੈਗ ਬਣਾਉਣ ਦੀ ਕੀ ਲੋੜ ਪੈ ਗਈ, ਮੈਂ ਤਾਂ ਆਪ ਹੈਰਾਨ। ਵਾਟ ਟਾਈਪ ਆਫ ਕੰਟਰੋਵਰਸੀ ਸ਼ੀ ਵਾਂਟ ਟੂ ਕ੍ਰੀਏਟ ਦੈਟ, ਹੈ ਨਾ ਜੀ। ਪੰਜਾਬ ਹਿੰਦੁਸਤਾਨ ਦਾ, ਇੰਡੀਆ ਦਾ ਇੱਕ ਮੇਨ ਅੰਗ ਹੈ, ਠੀਕ ਹੈ ਜੀ। ਉਹ ਕਦੀ ਅਲੱਗ ਨਹੀਂ ਹੋ ਸਕਦਾ। ਪੰਜਾਬ ਤਾਜ ਹੈ, ਪੰਜਾਬ ਨਾਲ ਹੀ ਇਹ ਸਾਰੀ ਕਮਿਊਨਿਟੀ ਹੈਗੀ ਹੈ ਜੀ। ਜਿੰਨੇ ਪੰਜਾਬੀਆਂ ਨੇ, ਮੈਂ ਇਹ ਗੱਲ ਕਈ ਵਾਰੀ ਕਹਿ ਚੁੱਕਾ ਵਾਂ, ਜਿੰਨੀਆਂ ਇਸ ਦੇਸ਼ ਲਈ ਸ਼ਹੀਦੀਆਂ ਦੇਣ ਵਾਲੀਆਂ ਵਿਡੋਜ਼ ਪੰਜਾਬ ਵਿੱਚ ਕਿਸੇ ਸਟੇਟ 'ਚ ਨਹੀਂ ਹੈਗੀਆਂ, ਇਹ ਪਹਿਲਾਂ ਯਾਦ ਰੱਖਿਆ ਕਰੋ। ਸੋ ਪ੍ਰੋਫੈਸਰ ਸਾਹਿਬ, ਕਈ ਵਾਰੀ ਹੁਣ ਮੈਂ ਫਿਰ ਤੋਂ ਸੋਸ਼ਲ ਮੀਡੀਆ ਦਾ ਜ਼ਿਕਰ ਕਿਉਂ ਕਰ ਰਹੀ ਹਾਂ, ਕਿਉਂਕਿ ਲਗਾਤਾਰ ਇਹ ਮੁੱਦਾ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ, ਔਰ ਸੋਸ਼ਲ ਮੀਡੀਆ ਤੇ ਇੱਕ ਦੂਸਰੇ ਨਾਲ ਜਦੋਂ ਲੋਕ ਬਹਿਸ ਰਹੇ ਨੇ ਨਾ, ਤਾਂ ਜਿਹੜੇ ਉੱਥੇ ਦੇ ਸੇਵਾਦਾਰ ਹੈ ਉਹਨਾਂ ਨੂੰ ਥੋੜਾ ਐਰੋਗੈਂਟ ਦੱਸ ਰਹੇ ਨੇ ਕਿ ਉਹ ਆਪਣੀਆਂ ਚਲਾਉਂਦੇ ਨੇ, ਆਪਣੀਆਂ ਮਨਮਰਜ਼ੀਆਂ ਕਰਦੇ ਨੇ। ਦੇਖੋ, ਮੈਂ ਇੱਕ ਕੁਦਰਤ ਦਾ ਨਿਯਮ ਹੈ, ਕਿਸੇ ਨੂੰ ਡਿਸਿਪਲਿਨ 'ਚ ਲੈ ਕੇ ਆਉਣਾ ਕਦੀ ਚੰਗਾ ਨਹੀਂ ਲੱਗਦਾ, ਠੀਕ ਹੈ ਜੀ। ਪਰ ਹਰ ਚੀਜ਼ ਡਿਸਿਪਲਿਨ 'ਚ ਹੈ। ਜੇ ਸੂਰਜ ਸਵੇਰੇ ਆਉਂਦਾ ਤੇ ਰਾਤ ਨੂੰ ਛੁਪ ਜਾਂਦਾ, ਉਹ ਐਡੀ ਵੱਡੀ ਤਾਕਤ ਸੂਰਜ ਜਿਹੜਾ ਉਹ ਵੀ ਇੱਕ ਡਿਸਿਪਲਿਨ 'ਚ ਚੱਲਦਾ ਹੈ। ਤੁਸੀਂ ਉਸ ਤੋਂ ਵੱਡੀ ਤਾਕਤ ਉਹ ਮੈਨੂੰ ਦੱਸੋ। ਸੇਵਾਦਾਰ ਉੱਥੇ ਇੱਕ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੇ ਨੇ। ਜਿੰਨੇ ਲੋਕ ਉੱਥੇ ਆਉਂਦੇ ਉਹਨੂੰ ਮੈਨੇਜ ਕਰਨ ਲਈ ਇੱਕ ਡਿਸਿਪਲਿਨ ਚਾਹੀਦਾ, ਉਹ ਡਿਸਿਪਲਿਨ ਮੇਨਟੇਨ ਕਰ ਰਹੇ ਨੇ। ਮੈਂ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੀ ਸਿਫਤ ਕਰਾਂਗਾ, ਉੱਥੋਂ ਦੀ ਮੈਨੇਜਮੈਂਟ ਦੀ ਇਸ ਗੱਲ 'ਚ ਸਿਫਤ ਕਰਾਂਗਾ। ਹਾਂ, ਭਾਵ ਭਗਤ ਦੇ ਨਾਲ, ਉਹ ਪ੍ਰੇਮ ਦੇ ਨਾਲ ਸਾਰਾ ਕੁਝ ਉਹ ਕਰ ਰਹੇ ਨੇ। ਉਹਨਾਂ ਨੂੰ ਬਦਨਾਮ ਨਾ ਕੀਤਾ ਜਾਵੇ, ਕਿਉਂਕਿ ਉੱਥੇ ਡੇਲੀ ਇੱਕ ਲੜਕੀ ਨਹੀਂ, ਉੱਥੇ ਲੱਖਾਂ ਦੀ ਤਾਦਾਦ 'ਚ ਲੋਕ ਆਉਂਦੇ ਨੇ। ਜਿੱਦਣ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਉੱਥੇ ਘੱਟੋ ਘੱਟ 2-3 ਲੱਖ ਬੰਦਾ ਪਹੁੰਚਦਾ, ਠੀਕ ਹੈ ਨਾ। ਤੇ ਸਭ ਲਈ ਦਰਵਾਜ਼ੇ ਖੁੱਲ੍ਹੇ ਨੇ। ਉੱਥੇ ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕਿਹੜੇ ਧਰਮ ਦਾ ਲੰਗਰ 'ਚ ਬਹਿ ਕੇ ਖਾਂਦਾ। ਲੰਗਰ ਦੀ ਪ੍ਰਥਾ ਹੀ ਚਾਅ ਚਲਾਈ ਗਈ ਸੀ। ਅਕਬਰ ਵਰਗੇ ਰਾਜੇ ਵੀ ਆ ਕੇ ਲੰਗਰ ਦੇ ਵਿੱਚ ਥੱਲੇ ਆ ਕੇ ਬੈਠੇ। ਉਸ ਟਾਈਮ ਦੇ ਰਾਜੇ ਸੀਗੇ। ਪੁਰਾਣੀਆਂ ਗੱਲਾਂ ਕਰ ਲਈਏ, ਤੁਸੀਂ ਤਾਂ ਅੱਜ ਦੀ ਗੱਲ ਕਰਦੇ ਪਏ ਹੋ। ਪੁਰਾਣੀਆਂ ਗੱਲਾਂ ਕਰ ਲਈਏ, ਅਕਬਰ ਵੀ ਆ ਕੇ ਥੱਲੇ ਬੈਠ ਕੇ ਗਿਆ ਸੀ ਕਿ ਇਸ ਘਰ ਦਾ ਸਿਧਾਂਤ ਬਹੁਤ ਉੱਚਾ ਹੈ, ਮੈਨੂੰ ਨਿਭਣਾ ਵਾ। ਤੁਸੀਂ ਨਿਭ ਕੇ ਇੱਥੇ ਆਓਗੇ ਤਾਂ ਸਭ ਕੁਝ ਲੈ ਜਾਓਗੇ, ਜੇ ਬਾਹਰ ਆ ਕੇ ਤਾਂ ਲੜੋਗੇ ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੁਝ ਮਿਲਣਾ ਜੇ, ਤੇ ਪਤਾ ਨਹੀਂ ਅੱਗੇ ਕੀ ਹੋਣਾ ਜੇ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ, ਤੁਸੀਂ ਸਾਨੂੰ ਸਮਾਂ ਦਿੱਤਾ ਔਰ ਆਪਣੇ ਵਿਚਾਰ ਰੱਖੇ। ਧੰਨਵਾਦ ਜੀ, ਸਾਰਿਆਂ ਦਾ ਧੰਨਵਾਦ। ਮੈਂ ਸਰੋਤਿਆਂ ਦਾ ਬਹੁਤ ਧੰਨਵਾਦ ਕਰਦਾ ਜੀ। ਅਮਨ ਜੀ, ਧੰਨਵਾਦ ਤੁਹਾਡਾ ਵੀ। ਸੋ ਇਹਨੇ ਐਮਪੀ ਪ੍ਰੋਫੈਸਰ ਸਾਹਿਬ ਜਿਹੜੇ ਆਪਣੇ ਵਿਭਾਗ ਬੋਲੀ ਲਈ ਜਾਣੇ ਜਾਂਦੇ ਨੇ ਔਰ ਵਿਭਾਗੀ ਦੇ ਨਾਲ ਹਰ ਮੁੱਦੇ ਤੇ ਰਾਏ ਰੱਖਦੇ ਨੇ। ਸੋ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਹਰ ਗੁਰੂ ਘਰ ਦੀ ਆਪਣੀ ਮਰਿਆਦਾ ਹੁੰਦੀ ਹੈ, ਮਰਿਆਦਾ ਦੇ ਤਹਿਤ ਜਿਹੜਾ ਹੈ ਸਾਨੂੰ ਚੱਲਣਾ ਚਾਹੀਦਾ ਹੈ, ਨਤਮਸਤਕ ਹੋਣਾ ਚਾਹੀਦਾ। ਹਰ ਧਰਮ ਦੀ ਆਪਣੀ ਇੱਕ ਮਰਿਆਦਾ ਹੈ, ਹਰ ਧਰਮ ਦਾ ਆਪਣਾ ਇੱਕ ਕਹਿ ਲਓ ਵੀ ਜ਼ਰੀਆ ਤਰੀਕਾ ਹੈ ਕਿ ਕਿੱਦਾਂ ਕਿਸੇ ਨੇ ਕਿੱਥੇ ਜਾਣਾ ਹੈ। ਸੋ ਫਿਲਹਾਲ ਹੁਣ ਇੰਨਾ ਹੀ, ਇਜਾਜ਼ਤ ਲਵਾਂਗੇ। ਕੈਮਰਾਮੈਨ ਅਵੀ ਦੇ ਨਾਲ ਮੈਂ ਅਮਨਦੀਪ, 1 ਇੰਡੀਆ ਪੰਜਾਬੀ। Subscribe to One India channel and never miss an update.